ਪਲਸਤਰ ਪਲਸਤਰ ਜਿਹੜਾ ਹੈਗਾ ਆਪਣਾ ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਪਾਰਟ ਬਣ ਜਾਂਦਾ ਜਿਹੜਾ ਕਿ ਆਪਣੀ ਬ੍ਰਿਕ ਵਰਕ ਜਿਹੜਾ ਹੈਗਾ ਉਹਨੂੰ ਢੱਕਦਾ ਏ है ना। हिंदी च पंजाबी ठीक है चली जाती है। तो जो पलस्तर के जोड़ा है अपना कंड्यूट ने उन्होंने आप ढकते हैं या जो इलैक्ट्रिकल कंड्यूट ने उन्होंने आप ढकते हैं। तो पलस्तर अपना सारे नालों ज़्यादा इंपोर्टेंट बन जाता है क्योंकि पलस्तर के उपर ही पुट्टी होनी है, पलस्तर के उपर अपना जोड़ा है पेंट होना है। तो ਉਹਦੇ 'ਚ ਜਿਹੜਾ ਆਪਾਂ ਸਟਾਰਟਿੰਗ ਕਰਨੀ ਹੈ ਪਲਸਤਰ ਦੀ, ਤਾਂ ਸਟਾਰਟਿੰਗ ਜਿਹੜੀ ਹੈਗੀ ਪਲਸਤਰ ਦੀ ਆਪਾਂ ਦੇਖਦੇ ਹਾਂ ਕਿ ਆਪਾਂ ਨੇ ਸਾਰਿਆਂ ਨਾਲੋਂ ਪਹਿਲਾਂ ਕਿਉਰਿੰਗ ਕਰਨੀ ਹੈ। ਪ੍ਰੋਪਰ ਕਿਉਰਿੰਗ ਹੋਈ ਹੋਊਗੀ ਪਲਸਤਰ ਕਰਨ ਤੋਂ ਇੱਕ ਦਿਨ ਪਹਿਲਾਂ, ਤਾਂ ਜਿਹੜਾ ਪਲਸਤਰ ਹੈ ਉਹ ਸ਼ਾਨਦਾਰ ਨਿਕਲਦਾ ਹੈ, ਅੱਛਾ ਨਿਕਲਦਾ ਹੈ, ਵਧੀਆ ਜਿਹੜਾ ਹੈਗਾ ਆਪਾਂ ਰਾਈਟ ਐਂਗਲ ਦੇ ਵਿੱਚ ਕਰ ਸਕਦੇ ਹਾਂ, ਫੱਟੀ ਦੇ ਵਿੱਚ ਕਰ ਸਕਦੇ ਹਾਂ। ਤੇ ਇਹਦੀ ਆਪਾਂ ਸਟਾਰਟਿੰਗ ਕਰਦੇ ਹਾਂ ਜੀ ਪਲਸਤਰ ਦੀ। ਸਾਰਿਆਂ ਨਾਲੋਂ ਪਹਿਲਾਂ ਚਿਕਨ ਮੈਸ਼ ਜਿਹੜੀ ਫਿਕਸਿੰਗ ਆ ਉਹ ਕਿੱਦਾਂ ਕਰਨੀ ਆ ਆਪਾਂ ਨੇ ਔਰ ਕਿੱਥੇ ਕਿੱਥੇ ਯੂਜ਼ ਹੁੰਦੀ ਹੈ ਚਿਕਨ ਵਾਇਰ ਮੈਸ਼। चिकन वायर मैश अपनी जी यूज़ होंगी है वो होंगी है RCC कॉलम या वाल तो ब्रिक वाल दे विच जिथे जॉइंट पैंदा उन्होंने अपनी जी हैगी है चिकन वायर मैश लानी है। तो वो जी हैगी आप कई बार की करते हैं आप गलत तरीके नाल लाने। गलत तरीका की है अपना लाने का, जी आप चिकन वायर मैश है सीधी डायरैक्टली सीमेंट के नाल ला दें, जॉइंट के नाल लाई सीमेंट के नाल पैच ला के ਉਹਨੂੰ ਆਪਾਂ ਜੁਆਇੰਟ ਕਰ ਦਿੰਦੇ ਹਾਂ, ਜਿਹੜੀ ਕਿ ਗਲਤ ਹੈ। ਬਾਅਦ ਦੇ ਵਿੱਚੋਂ ਜਿਹੜੀ ਹੈਗੀ ਉਸ ਜਗ੍ਹਾ ਦੇ ਉੱਤੇ ਕ੍ਰੈਕ ਆ ਜਾਂਦੇ ਨੇ। ਕਿਉਂਕਿ ਜਿਹੜੀ ਚਿਕਨ ਵਾਇਰ ਮੈਸ਼ ਆ ਉਹ ਸਲਿੱਪ ਕਰ ਜਾਂਦੀ ਹੈ ਨਾਲੇ, ਉਹਨੂੰ ਹੋਲਡ ਨਹੀਂ ਕਰਦੀ ਹੈਗੀ ਜੁਆਇੰਟ ਨੂੰ। ਤਾਂ ਉਹਨੂੰ ਹੋਲਡ ਕਰਨ ਵਾਸਤੇ ਇਹਦੇ ਵਿੱਚ ਦਿਖਾਇਆ ਹੋਇਆ ਇੱਕ ਪਲੰਬਿੰਗ ਨਾਈਲ ਕਹਿੰਦੇ ਇਹਨਾਂ ਨੂੰ, ਜੋ ਆਪਾਂ ਯੂਜ਼ ਕਰਨੀ ਹੈ, ਜ਼ਰੂਰੀ ਹੈ ਜਿਹੜੀ ਯੂਜ਼ ਕਰਨ ਲਈ, ਤਾਂ ਕਿ ਚਿਕਨ ਵਾਇਰ ਮੈਸ਼ ਨੂੰ ਹੋਲਡ ਕਰਕੇ ਉਹਦੇ ਕ੍ਰੈਕ ਤੋਂ ਬਚਿਆ ਜਾਵੇ। ਤਾਂ ਉਸ ਤੋਂ ਬਾਅਦ ਇਹਦਾ ਇੱਕ ਅਲਟਰ ਵੀ ਹੈਗਾ, ਇਹਦਾ ਅਲਟਰ ਹੈਗਾ ਜੀ ਫਾਈਬਰ ਮੈਸ਼ ਦਾ। ਤਾਂ ਫਾਈਬਰ ਮੈਸ਼ ਜਿਹੜੀ ਹੈਗੀ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ। ਕਿੱਥੇ ਯੂਜ਼ ਹੁੰਦੀ ਹੈ ਇਹ ਫਾਈਬਰ ਮੈਸ਼? ਉੱਥੇ ਯੂਜ਼ ਹੁੰਦੀ ਹੈ ਜਿੱਥੇ ਆਪਾਂ ਨੇ ਇਲੈਕਟ੍ਰੀਕਲ ਕੰਡਿਊਟ ਕਰਤੀ ਜਾਂ ਪਲੰਬਿੰਗ ਦੀ ਕੰਡਿਊਟ ਕੀਤੀ ਹੈ, ਉੱਥੇ ਆਪਾਂ ਫਾਈਬਰ ਮੈਸ਼ ਆਪਾਂ ਯੂਜ਼ ਕਰਦੇ ਹਾਂ। ਤੇ ਤਰੀਕਾ ਸੇਮ ਇਹ ਤੁਹਾਨੂੰ ਦੱਸਿਆ ਹੋਏਗਾ ਕਿ ਪਲੰਬਿੰਗ ਨਾਈਲ ਦੇ ਨਾਲ ਲੱਗਣੀ ਹੈ, ਡਰਿਲ ਦੇ ਨਾਲ ਹੋਲ ਕਰਕੇ ਲੱਗਣੀ ਹੈ, ਠੀਕ ਹੈ ਜੀ। ਤੇ ਇਹ ਤਾਂ ਹੈਗਾ ਚਿਕਨ ਵਾਇਰ ਮੈਸ਼ ਲਾਉਣ ਦਾ। ਉਸ ਤੋਂ ਬਾਅਦ ਅਗਲਾ ਤਰੀਕਾ ਜਿਹੜਾ ਪਲਸਤਰ ਕਰਨ ਦਾ ਆ ਜਾਂਦਾ ਉਹ ਹੈਗਾ ਜੀ ਬੁੱਲ ਮਾਰਕ ਦਾ। ਬੁੱਲ ਮਾਰਕ ਜਿਹੜੇ ਹੈਗੇ ਆ, ਬੁੱਲ ਮਾਰਕ ਲਾਉਣ ਦਾ ਸਾਡਾ ਮਕਸਦ ਕੀ ਹੈ? ਉਹ ਹੈਗਾ ਵੀ ਸਾਡੀ ਜਿਹੜੀ ਦੀਵਾਰ ਹੈ ਪਲਸਤਰ ਹੋਣ ਲੱਗੇ ਉਹ ਪਲੰਬ ਦੇ ਵਿੱਚ ਆਵੇ, ਐਕੂਰੇਟ ਸਾਡਾ ਇੱਕ ਜਿਹਾ ਪਲਸਤਰ ਹੋਵੇ, ਤੇ ਉਹਦੇ ਲਈ ਆਪਾਂ ਬੁੱਲ ਮਾਰਕ ਲਾਉਂਦੇ ਹਾਂ। ਤਾਂ ਬੁੱਲ ਮਾਰਕ ਜਿਹੜਾ ਲਾਉਣ ਦਾ ਤਰੀਕਾ ਹੈ ਉਹ ਸਾਰਿਆਂ ਨਾਲੋਂ ਪਹਿਲਾਂ ਇਹ ਹੁੰਦਾ ਕਿ ਆਪਾਂ ਪੂਰੇ ਕਮਰੇ ਦਾ, ਪੂਰੇ ਫਲੈਟ ਦਾ ਆਪਾਂ ਇੱਕ ਰਾਈਟ ਐਂਗਲ ਕੱਢਦੇ ਹਾਂ ਸੈਂਟਰ ਦੇ ਵਿੱਚੋਂ। ਉਹੀ ਸੈਂਟਰ ਦੇ ਵਿੱਚੋਂ ਰਾਈਟ ਐਂਗਲ ਕੱਢ ਕੇ ਆਪਾਂ ਕਮਰਿਆਂ ਦੇ ਵਿੱਚ ਡਿਵਾਈਡ ਕਰਦੇ ਹਾਂ। ਤਾਂ ਰਾਈਟ ਐਂਗਲ ਜਿਹੜਾ ਹੈਗਾ ਉਹ ਵੀ ਕੱਢਣਾ ਆਪਾਂ ਨੇ। ਤੇ ਬੁੱਲ ਮਾਰਕ ਦੀ ਜਗ੍ਹਾ ਇੱਕ ਆਪਾਂ ਨੂੰ ਹੋਰ ਪ੍ਰੋਬਲਮ ਆਉਂਦੀ ਹੈ ਜਿਹੜੀ ਪਲਸਤਰ ਦੇ ਵਿੱਚ ਆਪਾਂ ਇੱਥੇ ਹੁਣ ਵੀ ਦੇਖ ਰਹੇ ਹਾਂ ਕਿ ਆਪਣੀ ਜਿਹੜੀ ਕਾਰਨਰ ਨੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਕੁਝ ਵੀ ਲੱਗਦਾ ਟੁੱਟ ਜਾਂਦਾ, ਭੁਰ ਜਾਂਦਾ, ਸਾਈਡ ਦੇ ਵਿੱਚ ਭੁਰ ਜਾਂਦਾ। ਤਾਂ ਆਪਾਂ ਪੁੱਟੀ ਦੇ ਨਾਲ ਬਾਅਦ ਦੇ ਵਿੱਚ ਉਹਨੂੰ ਰਿਪੇਅਰ ਕਰਾਉਂਦੇ ਜਾਂ ਕਰਦੇ ਹਾਂ। ਤਾਂ ਉਹਦਾ ਇੱਕ ਸੋਲੂਸ਼ਨ ਹੈ। ਤਾਂ ਉਹਦਾ ਸੋਲੂਸ਼ਨ ਕੀ ਹੈ? ਕਾਰਨਰ ਲੱਗਣ ਦਾ। ਆ ਤੁਸੀਂ ਦੇਖ ਰਹੇ ਆ ਜਿਹੜਾ ਕਾਰਨਰ ਦੇ ਉੱਤੇ ਇੱਕ MS ਦੀ ਦੋਵੇਂ ਪਾਸੇ ਜਾਲੀ ਹੁੰਦੀ ਹੈ, ਕਾਰਨਰ ਲੱਗਿਆ ਵਾ ਹੁੰਦਾ। ਤੇ ਇਹਨੂੰ ਆਪਾਂ ਕਰੀਏ ਤਾਂ ਇਹ ਦੋ ਕੰਮ ਕਰਦਾ ਆਪਣੇ। ਸਾਰਿਆਂ ਨਾਲੋਂ ਪਹਿਲਾਂ ਕਾਰਨਰ ਸਾਡਾ ਪਲੰਬ ਦੇ ਵਿੱਚ ਹੋਊਗਾ, ਦੇਖਣ ਨੂੰ ਅੱਛਾ ਲੱਗੂਗਾ, ਤੇ ਇਹਦਾ ਆਪਾਂ ਪਲਸਤਰ ਕਰਨ ਤੋਂ ਬਾਅਦ ਇਹ ਟੁੱਟੂਗਾ ਨਹੀਂ, ਕਾਰਨਰ ਭੁਰੂਗਾ ਨਹੀਂ। ਜਿਹੜਾ ਭੁਰਨ ਤੋਂ ਬਾਅਦ ਬਹੁਤ ਜ਼ਿਆਦਾ ਗੰਦਾ ਲੱਗਦਾ, ਬੁਰਾ ਲੱਗਦਾ। ਜਦ ਆਪਾਂ ਪੇਂਟ ਹੋਇਆ ਵਾ ਹੁੰਦਾ ਕਾਰਨਰ ਭੁਰ ਜਾਂਦਾ, ਫਿਰ ਆਪਾਂ ਉਹਦੀ ਰਿਪੇਅਰ ਕਰਦੇ ਹਾਂ ਤਾਂ ਬਾਅਦ ਦੇ ਵਿੱਚ ਉਹ ਦਾਗ ਜਿਹੜਾ ਹੈਗਾ ਉਹ ਗੰਦਾ ਲੱਗਦਾ ਬਹੁਤ ਜ਼ਿਆਦਾ। ਤਾਂ ਉਸ ਤੋਂ ਬਾਅਦ ਬੁੰਦਾ ਜੀ ਇਹ ਹੈ ਜਿਹਨੂੰ ਆਪਾਂ ਪੰਜਾਬੀ 'ਚ ਬੁੰਦਾ ਵੀ ਕਹਿ ਦਿੰਦੇ ਹਾਂ ਤੇ ਇੰਗਲਿਸ਼ 'ਚ ਬੁੱਲ ਮਾਰਕ ਵੀ ਕਹਿ ਦਿੰਦੇ ਹਾਂ। ਤੇ ਇਹ ਇਸ ਤਰੀਕੇ ਨਾਲ ਲੱਗੂਗਾ। ਇਹ ਜਿਹੜਾ ਹੈਗਾ ਇਹਦਾ ਵੀ ਲਾਉਣ ਦਾ ਤਰੀਕਾ ਇੱਕ ਹੋਰ ਹੈਗਾ। ਆਪਾਂ ਕਾਲੀ ਦੇ ਵਿੱਚ ਕੀ ਕਰਦੇ ਹਾਂ, ਜਿਹੜੀ ਆਪਣੀ ਦੀਵਾਰ ਹੁੰਦੀ ਹੈ, ਦੀਵਾਰ ਨੂੰ ਡਰਾਈ ਦੀਵਾਰ ਦੇ ਉੱਤੇ ਵਿਦਾਊਟ ਕਿਉਰਿੰਗ ਕੀਤੇ ਉਹਨੂੰ ਬੁੰਦਾ ਲਾ ਦਿੰਦੇ ਹਾਂ। ਫਿਰ ਉਨੀ ਜਗ੍ਹਾ ਤੋਂ ਜਿਹੜਾ ਹੈਗਾ ਉਹ ਪਲਸਤਰ ਭੁਰ ਜਾਂਦਾ। ਤਾਂ ਜਦੋਂ ਵੀ ਆਪਾਂ ਨੇ ਬੁੰਦਾ ਲਾਉਣਾ ਤਾਂ ਬੁੰਦਾ ਲਾਉਣ ਲੱਗੇ ਆਪਾਂ ਨੇ ਥੱਲੇ ਇੱਕ ਵਾਰ ਕਿਉਰਿੰਗ ਕਰ ਲੈਣੀ ਹੈ ਦੀਵਾਰ ਨੂੰ, ਪੂਰੀ ਤਰ ਕਰ ਲੈਣੀ ਹੈ, ਤਾਂ ਕਿ ਜਿਹੜਾ ਸਾਡਾ ਬੁੰਦਾ ਹੈ ਜੀ ਉਹ ਨਾ ਹੋਵੇ। ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਸਾਡਾ ਮੇਕਿੰਗ RCC ਜੁਆਇੰਟ ਰਫ ਐਂਡ ਹੈਕਿੰਗ। ਤੇ ਹੈਕਿੰਗ ਜਿਹੜੀ ਹੈਗੀ ਹੈ ਉੱਥੇ ਹੁੰਦੀ ਹੈ ਪਲਸਤਰ ਦੇ ਲਈ ਜਿੱਥੇ RCC ਹੋਈ ਵੀ ਹੋਵੇ, RCC ਵਾਲ ਹੋਵੇ, ਕਾਲਮ ਹੋਵੇ। ਕਿਉਂਕਿ ਜਦੋਂ ਆਪਾਂ ਕਾਲਮ ਭਰਦੇ ਹਾਂ, ਕਾਸਟ ਕਰਦੇ ਹਾਂ, ਤਾਂ ਉਹਨੂੰ ਵਾਈਬ੍ਰੇਟਰ ਆਪਾਂ ਲਾਉਂਦੇ ਹਾਂ। ਤਾਂ ਵਾਈਬ੍ਰੇਟਰ ਦੇ ਨਾਲ ਜਿਹੜਾ ਸਾਡੀ ਸਰਫੇਸ ਹੁੰਦੀ ਹੈ ਉਹ ਬਿਲਕੁਲ ਪਲੇਨ ਹੋ ਜਾਂਦੀ ਹੈ, ਤਾਂ ਕਿ ਉਹਦੀ ਬੌਂਡਿੰਗ ਜਿਹੜੀ ਹੈਗੀ ਹੈ ਪਲਸਤਰ ਦੀ ਉਹ ਘਟ ਜਾਂਦੀ ਹੈ।
ਤੇ ਉਹਨੂੰ ਬੌਂਡਿੰਗ ਵਧਾਉਣ ਵਾਸਤੇ ਆਪਾਂ ਕੀ ਕਰਦੇ ਹਾਂ, ਆਪਾਂ ਟੱਕ ਲਾਉਂਦੇ ਹਾਂ, ਜਿਹਨੂੰ ਆਪਾਂ ਹੈਕਿੰਗ ਕਹਿੰਦੇ ਹਾਂ, ਟਕਾਈ ਕਹਿ ਦਿੰਦੇ ਹਾਂ, ਪੰਜਾਬੀ ਦੇਸੀ ਭਾਸ਼ਾ ਦਾ ਆਪਾਂ ਟੱਕ ਕਹਿ ਦਿੰਦੇ ਹਾਂ। ਤਾਂ ਉਹਨੂੰ ਰਫ ਜਿਹੜਾ ਹੈਗਾ ਆਪਾਂ ਕਰਦੇ ਹਾਂ, ਤੇ RCC ਤੇ ਤਾਂ ਆਪਾਂ ਰਫ ਕਰ ਲੈਂਦੇ ਹਾਂ। ਬ੍ਰਿਕ ਵਾਲ ਦੇ ਉੱਤੇ ਆਪਾਂ ਨੂੰ ਲੋੜ ਨਹੀਂ ਪੈਂਦੀ, ਕਿਉਂਕਿ ਪਹਿਲਾਂ ਹੀ ਜਿਹੜੀ ਹੈਗੀ ਹੈ ਬ੍ਰਿਕ ਰਫ ਹੁੰਦੀ ਹੈ ਬਹੁਤ ਜ਼ਿਆਦਾ। ਤੇ ਹੁਣ ਜੇ ਆਪਾਂ ਅੱਗੇ ਵਾਸਤੇ ਨੂੰ ਕੱਲ੍ਹ ਨੂੰ ਆਪਾਂ ਨੇ ਫੇਸ ਬ੍ਰਿਕ ਯੂਜ਼ ਕੀਤੀ, ਜਿਹਨੂੰ ਆਪਾਂ 3 ਹੋਲ ਬ੍ਰਿਕ ਜਾਂ ਕਲੇ ਬ੍ਰਿਕ ਕਹਿ ਦਿੰਦੇ ਹਾਂ, ਜੇ ਉਹ ਬ੍ਰਿਕ ਆਪਾਂ ਨੇ ਯੂਜ਼ ਕੀਤੀ ਜਾਂ ਆਪਾਂ ਨੇ ACC ਬਲੌਕ ਯੂਜ਼ ਕੀਤੇ ਜਾਂ ਆਪਾਂ ਨੇ ਬਲੌਕ ਯੂਜ਼ ਕੀਤੇ, ਤਾਂ ਉਹਨੂੰ ਆਪਾਂ ਟਕਾਈ ਨਹੀਂ ਕਰ ਸਕਦੇ, ਉਹ ਪਹਿਲਾਂ ਹੀ ਸਰਫੇਸ ਜਿਹੜੇ ਹੈਗਾ ਪਲੇਨ ਹੁੰਦਾ। ਤਾਂ ਉਹਦੇ ਲਈ ਇੱਕ ਹੋਰ ਸੋਲੂਸ਼ਨ ਹੈਗਾ, ਤਾਂ ਉਹਦੇ ਲਈ ਸੋਲੂਸ਼ਨ ਹੈਗਾ ਆਪਾਂ ਰਫ ਮਾਰਦੇ ਹਾਂ ਜੀ। 0 ਨੰਬਰ ਦਾਣੇ ਨੂੰ ਪਿਓਰ ਸੀਮੈਂਟ ਦੇ ਵਿੱਚ ਘੋਲ ਕੇ, ਉਹਦਾ ਘੋਲਾ ਬਣਾ ਕੇ ਮਸ਼ੀਨ ਦੇ ਨਾਲ, ਜਿਹਦੇ ਨਾਲ ਆਪਾਂ ਦਾਣਾ ਮਾਰਦੇ ਹਾਂ, ਤਾਂ ਉਹ ਦਾਣਾ ਮਾਰਦੇ ਹਾਂ। ਆ ਤੁਸੀਂ ਦੇਖ ਰਹੇ ਹੋ ਕਿ ਮਸ਼ੀਨ ਦੇ ਨਾਲ ਇੱਕ ਨਾ ਬਲੌਕ ਵਰਕ ਦੇ ਉੱਤੇ ਦਾਣਾ ਲੱਗ ਰਿਹਾ, ਤਾਂ ਇਹ ਦਾਣਾ ਲਾਉਣ ਦਾ ਤੇ ਹੈਕ ਕਰਨ ਦਾ ਸੇਮ ਪ੍ਰੋਸੈਸ ਹੈ, ਮਤਲਬ ਕਿ ਜਿਹੜਾ ਉਹਦਾ ਕੰਮ ਹੈ ਉਹ ਸੇਮ ਹੈ। ਹੈਕਿੰਗ ਨੇ ਵੀ ਬੌਂਡ ਬਣਾਉਣਾ, ਜੜਾਂ ਬਣਾਉਣੀਆਂ ਨੇ, ਜਿਹਨੂੰ ਆਪਾਂ ਪਲਸਤਰ ਦੀਆਂ ਕਹਿ ਦਿੰਦੇ, ਤੇ ਇਹ ਰਫ ਟਿਕ ਜਿਹੜਾ ਆਪਾਂ ਮਾਰਨਾ, ਇਹਦਾ ਵੀ ਜਿਹੜਾ ਹੈਗਾ ਜੜਾਂ ਬਣਾਉਣ ਦਾ ਹੀ ਕੰਮ ਹੈ। ਤਾਂ ਪਲਸਤਰ ਇੱਕ ਐਸੀ ਚੀਜ਼ ਹੈ ਜਿਹਨੂੰ ਆਪਾਂ ਸਹੀ ਕਰਾਵਾਂਗੇ ਤਾਂ ਸਾਡਾ ਸਾਰਾ ਜਿਹੜਾ ਐਂਡ ਤੱਕ ਪ੍ਰੋਗਰਾਮ ਜਿਹੜਾ ਹੈਗਾ, ਸਾਡਾ ਟਾਈਲ ਵੀ ਰਾਈਟ ਐਂਗਲ ਦੇ ਵਿੱਚ ਥੱਲੇ ਉਹੀ ਦਿਖਣੀ ਹੈ। ਜੇ ਸਾਡਾ ਦੀਵਾਰ ਦੇ ਵਿੱਚ ਹਲਕਾ ਫੁਲਕਾ ਫਰਕ ਹੋਊਗਾ ਇੰਚੀ ਅੱਧੀ ਇੰਚੀ ਦਾ, ਤਾਂ ਉਹ ਪਲਸਤਰ ਦੇ ਵਿੱਚ ਆਪਾਂ ਕਵਰ ਕਰਕੇ ਰਾਈਟ ਐਂਗਲ ਦੇ ਵਿੱਚ ਕਰ ਲੈਂਦੇ ਹਾਂ। ਉਸ ਤੋਂ ਬਾਅਦ ਪੁੱਟੀ ਦਾ ਕੰਮ ਹੋਣਾ, ਉਹ ਵੀ ਪਲਸਤਰ ਦੇ ਉੱਤੇ ਹੋਣਾ, ਪੇਂਟ ਹੋਣਾ, ਉਹ ਵੀ ਪਲਸਤਰ ਦੇ ਉੱਤੇ ਹੋਣਾ, ਕਿਸੇ ਵਾਲਪੇਪਰ ਲਾਉਣਾ ਤਾਂ ਪਲਸਤਰ ਦੇ ਉੱਤੇ ਹੋਣਾ, ਟੈਕਸਚਰ ਕਰਨਾ ਤਾਂ ਪਲਸਤਰ ਦੇ ਉੱਤੇ ਹੋਣਾ। ਪਲਸਤਰ ਇੱਕ ਐਸੀ ਚੀਜ਼ ਹੈ ਕਿ ਜਿਹੜੀ ਸਾਨੂੰ ਚਾਰੇ ਪਾਸੇ ਤੋਂ ਰਾਈਟ ਐਂਗਲ ਦੇ ਵਿੱਚ ਐਕੂਰੇਟ ਪਲੰਬ ਦੇ ਵਿੱਚ ਜ਼ਰੂਰੀ ਹੈ ਕਰਨੀ। ਉਸ ਤੋਂ ਬਾਅਦ ਨੈਕਸਟ ਪ੍ਰੋਸੀਜਰ ਹੈਗਾ ਜੀ ਆਪਣਾ, ਦੀਵਾਰ ਦੇ ਉੱਤੇ ਜਦੋਂ ਆਪਾਂ ਨੇ ਕਿਉਰਿੰਗ ਕਰ ਲਈ, ਤਾਂ ਕਿਉਰਿੰਗ ਕਰਨ ਤੋਂ ਬਾਅਦ ਆਪਾਂ ਡਾਇਰੈਕਟ ਜਿਹੜਾ ਹੈਗਾ ਮੋਟਾਰ ਮਿਕਸ ਕਰਕੇ ਉਹਦੇ ਤੇ ਪੇਸਟ ਨਹੀਂ ਕਰਨਾ। ਤਾਂ ਉਹਦੇ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਹੈਗਾ ਉਹਨੂੰ ਨੇਰੂ ਸੀਮੈਂਟ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਿੰਪਲ ਭਾਸ਼ਾ ਦੇ ਵਿੱਚ ਪਿਓਰ ਸੀਮੈਂਟ ਦਾ ਘੋਲਾ ਬਣਾ ਕੇ ਆਪਾਂ ਪਹਿਲਾਂ ਉਹਨੂੰ ਮਾਰਦੇ ਹਾਂ। ਤਾਂ ਉਹਦਾ ਮਾਰਨ ਦਾ ਵੀ ਇੱਕ ਢੰਗ ਹੈ, ਜੇ ਉਹਨੂੰ ਵੀ ਆਪਾਂ ਡਾਇਰੈਕਟ ਮਾਰਾਂਗੇ ਤਾਂ ਪਤਾ ਲੱਗ ਜਾਂਦਾ ਕਿ ਇਹਨੂੰ ਆਪਾਂ ਘੋਲਾ ਮਾਰਿਆ, ਤਾਂ ਦੀਵਾਰ ਦੇ ਵਿੱਚ ਜੇ ਤਾਂ ਇੱਕਦਮ ਤੋਂ ਮੋਇਸਚਰ ਜਿਹੜਾ ਹੈਗਾ ਉਹ ਖਿੱਚ ਲਵੇ, ਤਾਂ ਸਮਝ ਲਓ ਵੀ ਤਰਾਈ ਜਿਹੜੀ ਹੈਗੀ ਆ, ਤਾਂ ਉਹਦੀ ਕਿਉਰਿੰਗ ਜਿਹੜੀ ਹੈਗੀ ਆ ਦੀਵਾਰ ਦੀ, ਉਹ ਹੋਰ ਹੋਣੇ ਵਾਲੀ ਹੈ। ਜੇ ਉਹ ਬਿਲਕੁਲ ਮਤਲਬ ਕਿ ਪਾਣੀ ਵਾਂਗੂ ਨੀਚੇ ਜਾ ਰਿਹਾ ਹੈ, ਤਾਂ ਇਹਦਾ ਮਤਲਬ ਓਵਰ ਜਿਹੜੀ ਹੈਗੀ ਆਪਾਂ ਕਿਉਰਿੰਗ ਕਰ ਲਈ ਹੈ। ਤਾਂ ਇਸ ਲਈ ਇਹ ਨੇਰੂ ਜਿਹੜਾ ਹੈਗਾ ਮਾਰਿਆ ਜਾਂਦਾ, ਅਦਰਵਾਈਜ਼ ਇਹਦੀ ਬੌਂਡਿੰਗ ਜਿਹੜੀ ਹੈਗੀ ਉਹ ਡਾਇਰੈਕਟ ਹੋ ਸਕਦੀ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਆਪਣਾ ਇਹ ਪਲਸਤਰ ਦਾ ਚੈਕਿੰਗ ਔਰ ਮੋਟਾਰ ਜਿਹੜਾ ਹੈਗਾ ਹੈ ਆਪਾਂ ਨੂੰ ਇਹ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਰਿਆਂ ਨਾਲੋਂ ਪਹਿਲਾਂ ਆਪਾਂ ਦੇਖਾਂਗੇ ਕਿ ਉਹਦਾ ਜਿਹੜਾ ਮਟੀਰੀਅਲ ਹੈ, ਤਾਂ ਮਟੀਰੀਅਲ ਜਿਹੜਾ ਹੈਗਾ ਉਹ ਘੱਟ ਸਿਲਟ ਵਾਲਾ ਸੈਂਡ ਹੋਵੇ, ਸੈਂਡ ਜ਼ਿਆਦਾ ਬਰੀਕ ਨਾ ਹੋਵੇ, ਸੈਂਡ ਜਿਹੜਾ ਹੈਗਾ ਜ਼ਿਆਦਾ ਮੋਟਾ ਨਾ ਹੋਵੇ। ਤਾਂ ਸੈਂਡ ਜਿਹੜਾ ਬਿਲਕੁਲ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਰਿਵਰ ਸੈਂਡ, ਉਹ ਵੀ 3 ਜਗ੍ਹਾ ਦੇ ਵਿੱਚ, ਹਰ ਇੱਕ ਜਗ੍ਹਾ ਦੇ ਵਿੱਚ ਅਲੱਗ-ਅਲੱਗ ਰੇਤਾ ਮਿਲਦਾ। ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਸਤਲੁਜ ਦਾ ਰੇਤਾ ਮਿਲਦਾ, ਉਹ ਬਲੂ ਕਲਰ ਦਾ ਰੇਤਾ ਹੁੰਦਾ, ਉਹ ਬਹੁਤ ਮਤਲਬ ਕਿ ਸਹੀ ਹੁੰਦਾ, ਉਹਦੇ 'ਚ ਮਾਈਕਾ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ, ਤਾਂ ਇਸ ਲਈ ਉਹਦੇ 'ਚ ਸੀਮੈਂਟ ਕੰਟੈਂਟ ਉਹਦੇ 'ਚ ਵੀ ਜ਼ਿਆਦਾ ਆਪਾਂ ਨੂੰ ਕਰਨਾ ਪੈਂਦਾ, ਜੋ ਆਪਾਂ ਨੇ ਡਿਜ਼ਾਈਨ ਕਰਵਾਇਆ ਹੋਊਗਾ, ਜਾਂ ਆਪਾਂ 1-4 ਦਾ ਕਰਦੇ ਹਾਂ ਜਾਂ 1-3 ਦਾ ਕਰਦੇ ਹਾਂ ਛੱਤ ਦੇ ਲਈ। ਤਾਂ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਵਾਲਾ ਏਰੀਆ, ਇਹ ਏਰੀਏ ਨੂੰ ਜ਼ਿਆਦਾਤਰ ਰੋਪੜ ਤੋਂ ਰੇਤਾ ਆਉਂਦਾ, ਤੇ ਜਿਹੜਾ ਕਿ ਦਰਿਆ ਦਾ ਉਹ ਵੀ ਰੇਤਾ ਹੀ ਹੁੰਦਾ, ਲੇਕਿਨ ਉਧਰਲੇ ਪਾਸੇ ਸਿਲਟ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ। ਪਹਾੜੀ ਏਰੀਆ, ਕੰਢੀ ਏਰੀਏ ਦੇ ਵਿੱਚ ਹੈਗਾ, ਤਾਂ ਜਦੋਂ ਉੱਥੇ ਮੀਂਹ ਪੈਂਦਾ, ਬਾਰਿਸ਼ ਪੈਂਦੀ ਹੈ, ਤਾਂ ਆਪਣੇ ਦਰਿਆ ਦੇ ਵਿੱਚ ਸਿਲਟ ਜਮ੍ਹਾਂ ਹੋ ਜਾਂਦੀ ਹੈ, ਉੱਥੋਂ ਹੜ ਕੇ ਆਈ ਹੋਈ। ਤਾਂ ਸੀਮੈਂਟ ਕੰਟੈਂਟ ਜਿਹੜਾ ਹੈਗਾ ਆਪਾਂ ਨੂੰ ਉਸੇ ਹਿਸਾਬ ਨਾਲ ਘੱਟ ਸਿਲਟ, ਜੇ ਸਾਡੇ ਕੋਲ ਸਿਲਟ ਥੋੜ੍ਹੀ ਜਿਹੀ ਵੱਧ ਆ ਗਈ ਤਾਂ ਅਸੀਂ ਸੀਮੈਂਟ ਕੰਟੈਂਟ ਜਿਹੜਾ ਹੈਗਾ ਵਧਾ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਪਲਸਤਰ ਤੁਹਾਨੂੰ ਪਤਾ ਹੀ ਹੈ ਕਿੱਦਾਂ ਜਿਹੜਾ ਹੈਗਾ ਉਹ ਹੁੰਦਾ ਹੈ, ਆਪਾਂ ਪਲਸਤਰ ਕਿੱਦਾਂ ਕਰਦੇ ਹਾਂ ਸਾਰਿਆਂ ਨੂੰ ਪਤਾ ਹੀ ਹੈ। ਤੇ ਲੇਬਰ ਜਿਹੜੀ ਹੈਗੀ ਆ ਸਾਡੇ ਕੋਲ ਸਕਿਲਡ ਹੋਣੀ ਚਾਹੀਦੀ ਹੈ। ਇਹ ਵੀ ਹੈਗਾ ਵੀ ਜਿਹੜੇ 2 ਮਹੀਨੇ ਕੰਮ ਕਰ ਲਿਆ ਕਿਸੇ ਮਿਸਤਰੀ ਦੇ ਨਾਲ, ਆਪਾਂ ਕਹਿਤਾ ਜੀ ਇਹ ਮਿਸਤਰੀ ਬਣ ਗਿਆ, ਨਹੀਂ। ਮਿਸਤਰੀ ਦੀ ਪਹਿਚਾਣ ਵੀ ਕਰਨੀ ਆ ਆਪਾਂ ਨੇ। ਜਦੋਂ ਬੰਦਾ ਪਲਸਤਰ ਕਰ ਰਿਹਾ ਤਾਂ ਉਹ ਕਿਸ ਹਿਸਾਬ ਨਾਲ ਕੰਮ ਕਰ ਰਿਹਾ ਹੈ, ਉਹਦਾ ਹੱਥ ਸਪੀਡ ਦੇ ਨਾਲ ਚੱਲ ਰਿਹਾ ਹੈ ਜਾਂ ਐਦਾਂ ਹੀ, ਮਤਲਬ ਉਹ ਪਤਾ ਲੱਗੇ ਜਾਂਦਾ ਸਾਰਿਆਂ ਨੂੰ। ਆਪਾਂ ਨੂੰ ਸਾਰਿਆਂ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦਾ ਨੂੰ, 5-7 ਸਾਲ ਤਾਂ ਸਾਰਿਆਂ ਨੂੰ ਹੋਏਗੇ ਕੰਮ ਕਰਦਿਆਂ ਨੂੰ, ਬੰਦੇ ਦੀ ਪਛਾਣ ਆ ਹੀ ਜਾਂਦੀ ਹੈ। ਤੇ ਆਪਾਂ ਨੇ ਉਹ ਬੰਦਾ ਜਿਹੜਾ ਹੈਗਾ ਕੰਮ ਕਰਨ ਵਾਲਾ ਉਹ ਵੀ ਪਹਿਚਾਣ ਕਰਨੇ ਆ, ਤਾਂ ਕਿ ਸਾਨੂੰ ਜਿਹੜਾ ਹੈਗਾ ਪਛਾਣ ਹੋ ਸਕੇ ਬੰਦਾ ਸਹੀ ਕੰਮ ਕਰੂਗਾ ਜਾਂ ਨਹੀਂ। ਮੈਨ ਪਾਵਰ ਜਿਹੜੀ ਹੈਗੀ ਉਹ ਮੈਨ ਪਾਵਰ ਆਪਾਂ ਦੇਖਣਾ ਹੀ ਹੈ ਵੀ ਆਪਾਂ ਨੇ ਕਿੰਨੇ ਟਾਈਮ ਦੇ ਵਿੱਚ ਕੰਮ ਜਿਹੜਾ ਹੈਗਾ ਕੰਪਲੀਟ ਕਰਨਾ।
ਸਾਨੂੰ ਕਿੰਨਾ ਟਾਈਮ ਅੱਗੇ ਤੋਂ ਕੰਪਨੀ ਨੇ ਦਿਆ ਹੋਇਆ ਵੀ 1 ਮਹੀਨੇ 'ਚ ਕੰਪਲੀਟ ਕਰਨਾ, ਤਾਂ ਉਸ ਹਿਸਾਬ ਨਾਲ 150 ਫੁੱਟ ਜਿਹੜਾ ਹੈਗਾ ਪਲਸਤਰ ਇੱਕ ਬੰਦਾ ਇੱਕ ਜੋੜਾ ਕਰ ਦਿੰਦਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਪਲਸਤਰ ਕਰਨ ਤੋਂ ਬਾਅਦ ਹੋ ਗਿਆ ਇੰਨਾ ਪਲਸਤਰ ਦਾ। ਤੇ ਬਾਕੀ ਮੈਂ ਕਹਿ ਰਿਹਾ ਸੀਗਾ ਪਲਸਤਰ ਜਿਹੜਾ ਹੈਗਾ ਇਹ ਪਲਸਤਰ ਕਰਨ ਤੋਂ ਪਹਿਲਾਂ ਕਿਆ ਕਿਆ ਚੀਜ਼ ਚੈੱਕ ਕਰਨੀ ਹੈ, ਜਿੱਦਾਂ ਕੁਲਦੀਪ ਜੀ ਨੇ ਆਪਾਂ ਨੂੰ ਪਲੰਬਿੰਗ ਦਾ ਦੱਸਿਆ ਸੀਗਾ ਤੇ ਇਲੈਕਟ੍ਰੀਕਲ ਦਾ ਦੱਸਿਆ ਸੀਗਾ। ਤਾਂ ਆਪਾਂ ਨੇ ਜਿਹੜੀ ਚੈਕਿੰਗ ਹੈਗੀ ਹੈ, ਤੇ ਚੈਕਿੰਗ ਸਾਰਿਆਂ ਨਾਲੋਂ ਪਹਿਲਾਂ ਤਾਂ ਪਲਸਤਰ ਤੋਂ ਪਹਿਲਾਂ ਹੀ ਆਪਾਂ ਨੇ ਪ੍ਰੈਸ਼ਰ ਚੈੱਕ ਕਰਨਾ ਜੀ ਪਲੰਬਿੰਗ ਦਾ। ਉਸ ਤੋਂ ਬਾਅਦ ਰੂਟ ਜਿਹੜੇ ਹੈਗੇ ਆ ਸਾਡੇ ਇਲੈਕਟ੍ਰੀਕਲ ਦੇ ਪਲਸਤਰ ਤੋਂ ਪਹਿਲਾਂ ਚੈੱਕ ਕਰਨੇ ਆ। ਜਿਹੜੇ ਬਾਕਸ ਲੱਗਦੇ ਆ ਉਹ ਵੀ ਪਲਸਤਰ ਤੋਂ ਪਹਿਲਾਂ ਹੀ ਲੱਗਦੇ ਆ। ਕਈ ਲੋਕ ਕਹਿੰਦੇ ਜੀ ਅਸੀਂ ਪਲਸਤਰ ਤੋਂ ਬਾਅਦ ਕਰ ਲਾਂਗੇ, ਜਾਂ ਏਸੀ ਦਾ ਜਿਹੜਾ ਹੈਗਾ ਆਪਾਂ ਪਲਸਤਰ ਤੋਂ ਬਾਅਦ ਲਾ ਲਾਂਗੇ। ਤਾਂ ਇਹ ਪਹਿਲਾਂ ਹੀ ਹੋਣੇ ਚਾਹੀਦੇ ਆ ਪਲਸਤਰ ਤੋਂ, ਤਾਂ ਕਿ ਸਾਡਾ ਪਲਸਤਰ ਦੀ ਇੱਕ ਦੀਵਾਰ ਇੱਕ ਜਾਨ ਲੱਗੇ, ਸਾਡਾ ਜੋੜ ਨਾ ਪਵੇ। ਤੇ ਇੰਨਾ ਕਿ ਬਾਕੀ ਤੁਸੀਂ ਦੱਸੋ, ਜੇ ਕਿਸੇ ਨੂੰ ਕੋਈ ਕੁਐਸਚਨ ਹੈਗਾ ਤਾਂ ਮੈਂ ਆਨਸਰ ਦਵਾਂਗਾ। सर वो चिकन मैश और फाइबर मैश मतलब कहाँ पे लगाना कहते हैं आप? चिकन वायर मैश ਜਿਹੜੀ ਹੈਗੀ ਹੈ ਉਹ ਆਪਣੀ ਜੁਆਇੰਟ ਦੇ ਵਿੱਚ ਜਿਹੜਾ ਹੈਗਾ ਆਰਸੀਸੀ ਤੇ ਬ੍ਰਿਕ ਦੇ ਜੁਆਇੰਟ ਦੇ ਆਊਟਰ ਸਾਈਡ। नहीं मतलब कौन सी लगानी चाहिए? कौन सी चिकन वायर मैश नहीं, कौन सी? एक स्टील वाली एक ही आती है जी। फाइबर मैश जो होती है वो हम यूज़ करते हैं जहाँ पे हमारा प्लम्बिंग का कंड्यूट हुआ है, या इलेक्ट्रिकल का कंड्यूट हुआ है, एसी का कंड्यूट हुआ है, वहाँ पे कंड्यूट के ऊपर में, क्योंकि ये जगह जो है कम घेरती है और बीच में मैश प्लेन हो जाती है साथ में, और मोटा प्लस्तर हमारा नहीं चढ़ता। नहीं चिकन वायर मैश नहीं, चिकन वायर मैश में होती है ज़रूरत। जो फाइबर मैश होती है ये एक कपड़ा होता है, वो इसको लगाने का क्या ढंग होता है जी, इसको नेहरू सीमेंट में, प्योर सीमेंट में भिगो के इसको साथ में पेस्ट करते हैं। जैसे किसी की बाजू टूट जाती है हम प्लस्तर करते हैं, तो ये सेम टू सेम वो इसका मेथड होता है, वो मेथड होता है इसका। है जॉइंट पे नहीं लगती है। जॉइंट पे क्या है, जहाँ हमारी ये एक्सपेंडेशन होती है, जहाँ पे एक्सपेंड होता है हमारा जोड़ एक्सपेंड होता है, तो वहाँ पे सिर्फ लोहा ही काम करेगा। MS स्टील SS की, और ये भी SS की होती है, और ये MS की नहीं होती। SS की इसलिए होती है ताकि इसमें जंग ना लगे। यहाँ तो SS की नहीं, यहाँ पे SS की नहीं है, वो कहीं पे है कहीं पे नहीं। GI कोटड़ी भी मिल जाती है ये, लेकिन हमारे को यूज़ जो है SS करनी चाहिए। क्योंकि यहाँ पे जो निकली थी उसमें क्रोजन लगा हुआ था। हाँ क्रोजन लगता है। यहाँ पे GI आप करोगे, GI पाइप में जैसे कहीं पे टक लग गया, वहाँ पे GI जो है गैल्वनाइज जो है वो उतर जाता है उसका। आउटर में तो करना ही नहीं चाहिए। नहीं बिल्कुल भी नहीं, आउटर में तो मेरे SS वाला ही बिल्कुल। बाकी आपके सीमेंट के ऊपर में है। अगर आपका सीमेंट कंटेंट सही है, सीमेंट में ऑक्साइड होता है जी, जैसे हम रेड ऑक्साइड करते हैं लोहे को जंग से बचाने के लिए, तो सीमेंट में भी होता है हमारा। तो अगर हमारा सीमेंट अच्छा है, सही है, उसकी रेशियो सही है, तो जंग नहीं लगेगा। तो आउटर में तो लगाना नहीं चाहिए ना। नहीं आउटर में तो नहीं रखना क्या कह रहे? 90 डिग्री। हाँ 90 डिग्री जो आप कह रहे हो कि निकालते हैं, वो एक रूम का हमने एक पूरे प्लॉट का लेना है। जैसे एक फ्लैट है, हमने एक फ्लैट में सेंटर में हमने एक धागा बांध लेना है। जो आजकल जो है राइट एंगल निकालने के लिए लेज़र यूज़ होता है, तो लेज़र के साथ में अगर हम राइट एंगल निकालेंगे तो बेस्ट है, उसमें एरर आने के चांसेस बहुत ज़्यादा कम है। हाँ रूम है, ये रूम के सेंटर में हमने एक डोरी बांध लेनी है। रूम का इधर से ये दीवार का सेंटर लेके डोरी बांध लेनी है, और उसका ये दीवार लेके डोरी बांध लेनी है। और मैं कल एक बात मैम को बता रहा था कि हमारे सिविल में एक पाइथागोरस थ्योरम का बहुत बड़ा हाथ है। 3 4 5 तो जरूरी नहीं है जी हम 3 4 5 बोले, तो इसका हम पाइथागोरस के अकॉर्डिंग हम ये निकाल सकते हैं। तो अगर राइट एंगल निकालना है तो साइड में एक धागा बांध के तो पाइथागोरस लगा सकते हैं। बीच में एक ऐसे लगा के बिल्कुल जी बिल्कुल, सेंटर सीधी करना है। बिल्कुल। तो उसी के हिसाब से हमारे ये बूंदे लगेंगे। एक वो निकाल दिया, उसके बाद सर टाइप होगा ना, एक रूम में कर रहे हैं तो नहीं जी नहीं सर, नहीं सर, ये आपका पूरे का पूरा फ्लैट होएगा एक ही बार में। हम तो पूरा ये फ्लैट एरिया पूरा एरिया एक ही बार में होएगा। तभी अगर आपने 90 डिग्री टाइल लगानी है, तो 90 डिग्री टाइल लगाने का मतलब ये होता है कि एक साइड से शुरू हो गई, तो उसमें अगर लेफ्ट हैंड साइड में आपका टुकड़ा डलता है तो डलेगा, राइट हैंड साइड में टुकड़ा डलता है तो डलेगा। एक जगह से शुरू होके दूसरे एंड पे आपने एंड कर देना टाइल का।
स्टार्टिंग पॉइंट बनाते हैं बेसिक। बिल्कुल जी। सर क्यूरिंग छोड़ दी इसने भी नहीं, क्यों, कैसे छोड़ी? लास्ट में। हाँ, वो तो है ही है ना, लास्ट में आपकी बिल्कुल सही बात है, सही है, आप इसीलिए क्वालिटी वाले हो ना। हाँ, 70 ये सबसे, हाँ, इसमें डेट डालनी हमारे को जरूरी इसलिए है कि हमारे को याद रहता है कि इस दीवार को हमने कितने दिन क्यूरिंग करनी है, तो कम से कम 7 दिन जो है हमने क्यूरिंग करनी है। हमने देखा हमारे यहाँ भी है प्रॉब्लम, अगर हमने प्लास्टर जो पुराना भी किया हुआ है तो वो हाथ लगाने से झड़ता है, तो झड़ने का कारण यही है कि उसकी क्यूरिंग जो है नहीं हुई, उसका वेपोरेशन बहुत जल्दी हुआ है मॉइस्चर का। मतलब क्यूरिंग ना होने का कितना बड़ा बिल्कुल, बहुत तगड़ा ये फॉल्ट पड़ सकता है अगर क्यूरिंग ना हो तो क्यूरिंग बहुत ज़्यादा ज़रूरी है। क्वेश्चन था कितनी एफएम वैल्यू तक का सैंड प्लास्टर में यूज करना चाहिए? नहीं पता। जो नहीं पूछ रहे से आपको नहीं पता। जो नहीं पूछ रहे हमारा प्लास्टर जो कितना मोटा होना चाहिए मिनिमम, ये बताएंगे। नहीं, आप बताओ तो। नहीं, वैसे ही मैं पूछ रहा हूँ, अगर जो मेरे को नहीं पता वो आप बताओ ना कि कहाँ। वो तो फाइनेंस मॉडल है, तो आपका 3.2 से ऊपर तक होना चाहिए इसका। नहीं, वो नहीं, मैं ये सैंड की प्लास्टर की मोटाई की होती है थिकनेस है जी, इंटरनल और एक्सटर्नल दोनों तरफ। और अगर दीवार के एक तरफ हमारा फेस है, एक तरफ फेस नहीं है, तो कैसे मेजर करेंगे उसको, इसको प्लास्टर को? वो तो अलग आ गया ना, वो तो प्लास्टर के रूल अलग आ गए मेजरमेंट के उसके। नहीं, मेजर की नहीं, मैं कह रहा हूँ थिकनेस उसकी। जैसे हमने एक दीवार लगा ली तो एक तरफ में हमने फेस लगाया हुआ है, दूसरी तरफ में फेस नहीं है, तो उसकी दीवार का बेस एक साइड प्लास्टर की थिकनेस हाँ, तो वो 12 mm ही है ना। जैसे एक साइड में आ गई 12, दूसरी साइड में भी 12 आएगी। इसकी जैसे टाइल लगा रहे हो आप, सर प्लास्टर की बात कर रहा हूँ मैं। एक्सटर्नल की, हाँ, एक्सटर्नल में तो 80, इंटरनल में। इंटरनल में 12 सर ऐसा मैं बताता हूँ, जो हम राइट एंगल निकालते हैं, जो मैंने पहले बोला, इन्होंने बोला कि राइट एंगल निकालते हैं, तो डिपेंड उस पे करता है थिकनेस, और जो जहाँ पे हमारी फेस वर्क हुआ है ना, की थिकनेस है वो स्टैंडर्ड नहीं, वो स्टैंडर्ड है, वो स्टैंडर्ड है। चलो एज पर साइड मैं जाएगी ऊपर, हमेशा जाएगी। देखो, मैं एक बताता हूँ कि जो IS कोड हम कहते हैं ना कि ये IS कोड लगाएं, ये IS कोड लगाएंगे, आपको कितने जो है IS कोड हम यूज करते हैं कंस्ट्रक्शन में, एज पर साइट पे हमारा बहुत ज़्यादा। अब ये आप वैल्यू की बात कर रहे हो, वैल्यू हमारी कितनी, वो जस्ट क्वेश्चन हम लोग पूछने हाँ, कि कौन से जोन में, अगर कल के दिन हम जोन ए या जोन 2% यूज करें, वही मैं वही तो आपको पहले बता दिया है कि इसमें 3, मैं देसी भाषा में बताया ये आपको, कि पंजाब में हमारा माइका ज़्यादा होता है, उसमें सिल्ट कम होती है, तो जो हमारा ये वाला एरिया है, इस एरिया में सिल्ट ज़्यादा है, माइका नहीं है, तो उसी हिसाब से हमारे को या तो डिज़ाइन करवाना पड़ेगा या हमारे को सीमेंट कंटेंट जो है बढ़ाना पड़ेगा। सीमेंट कंटेंट मतलब किस हिसाब से बढ़ाया गया, किसी हिसाब से, वो तो आपको वही आपकी वैल्यू आ गई ना उसमें, आपके क्वेश्चन में ही आ गया वो आंसर जी। एक मेरा क्वेश्चन था, हाँ। हम लोग प्लास्टर किए, हाँ, वो छज्जी पे जो भी हम लोग कंटिलीवर हो गया, तो वो कुछ साल मतलब 10 साल के बाद वो क्रैक करना शुरू करता हाँ। है, वो प्रॉब्लम क्यों आ रहा है? उसमें 2 प्रॉब्लम है, या तो आपका प्लास्टर झड़ रहा है, ठीक है, उसमें भी आपका एक हैकिंग का आ गया ना, ये आपने हैकिंग देखा, तो अगर आपने प्लेन छत के ऊपर में, बिल्कुल प्लेन छत है, उसमें RCC बिल्कुल प्लेन है, उस पर आपने सीधा प्लास्टर कर दिया, तो वो झड़ेगा ही झड़ेगा जी, कुछ टाइम बाद वो अपनी जो जड़ें हैं वो छोड़ देगा और नीचे गिर जाएगा। उसी को रोकने के लिए ये हैकिंग हो गई और रश हो गया। अच्छा, ये फिर जैसे ना हमारे प्लास्टर में क्रैक आ जा रहे हैं, हाँ, तो हम उनको किस तरह से रिपेयर करें कि वो दोबारा नहीं आए, मतलब दोबारा नहीं, ये भी क्रैक, तो अब सर ये भी क्रैक 2 किस्म के हो गए जी आपके। एक तो क्रैक हो गया आपका जो ज्वाइंट क्रैक हो गया, एक आपका हेयर क्रैक हो गया, जो हमारा जैसे प्लास्टर में नॉर्मल जगह पे जाले बन जाते हैं। देख रहा हूं कि वो भी लगाई है, चिकन मैश भी लगाई है, हाँ, लेकिन क्रैक फिर भी आया हुआ है। क्रैक फिर भी आया हुआ है, तो उसका जो तो क्या कहते हैं हम, सेटलमेंट होगी, तब आगे आपके जो मोटार
अच्छा या मोटार अच्छा नहीं है। ये प्रोसेस नहीं है, मान लो अगर इसको बड़ी इस साल लगेगा। इसको रश कहते हैं, ये रश। ये ऐसे सर है वो अपनी अपनी मर्जी है कि आप मशीन से लगाओ या हाथ से लगाओ। ये वही है ना सीमेंट का गोल बिल्कुल सीमेंट का घोल 0 नंबर दाना। दानेदार सर, टेक्सचर वैल्यू है की वैल्यू की लाइक कैसे नहीं, कैसे अलग से रैंडमली। सर ये अलग से आता है। हाँ हाँ, अलग से आता है, अलग से आता है। इसका जो हमारा, मैं बता देता हूँ, जो हमारा मार्बल वेस्ट बच जाता है उसको ये पीस के बारीक बना लेते हैं। इसके नंबर होते हैं, नंबर का मतलब ये mm में मोटा होता है। जैसे हमारी कंक्रीट बजरी आती है ना, एग्रीगेट आता है 20 mm 10 mm, तो ये mm में मोटाई आती है। जो 0 नंबर होता है वो 0 नंबर मतलब कि बिल्कुल 1 mm से नीचे वाला। क्या नाम क्या है? रश क्या होता है? रश अप्लाइंग कह देते हैं हम। अच्छा एक क्वेश्चन होता है, जैसे ना ये ब्लॉक पे मतलब प्लास्टर करता है, हाँ। तो ये प्लास्टर ही करेंगे आजकल, एक जिप्सम प्लास्टर चल रहा है वो करें डायरेक्ट ब्लॉक? जिप्सम प्लास्टर आपका एरिया, जो जिप्सम प्लास्टर हमने भी यहाँ भी करवाया है, तो ये जिप्सम प्लास्टर ब्लॉक पे जिप्सम प्लास्टर की जगह अगर हम नॉर्मल ये प्लास्टर करवाएं तो ज़्यादा बेटर है। नहीं, तो जिप्सम प्लास्टर जैसे आपका ACC है, प्लायर्स है वो, तो अगर आप प्लास्टर करोगे तो वो मॉइस्चर खींचेगा और खींचेगा। बिल्कुल, तो फट, वो मॉइस्चर ना खींचे इसीलिए रश यूज होता है। और ब्लॉक पे, जैसे ब्लॉक पे ACC ब्लॉक पे फाइबर मैश लगा, पूरे ही ब्लॉक पे लगाएं दीवार? नहीं, पूरे पे नहीं आएगी जी, आपके ज्वाइंट पे आएगी। जो फाइबर मैश होएगी वो सिर्फ ओनली ज्वाइंट पे आएगी। आरसीसी और ब्रिक वाले। RCC और ब्रिक में, या RCC और उसमें ब्लॉक में, RCC और ACC ब्लॉक में, जो भी आप यूज़ कर रहे हो, यहाँ पे आपका ये अलग हो गया, कंक्रीट और ब्रिक वर्क या ब्लॉक वर्क हो गया, वहाँ पे आप ये यूज़ करोगे। ओल्ड और न्यू जॉइंट जो होता है उसमें उसकी बॉन्डिंग के लिए, ओल्ड और जैसे ओल्ड कोई पहले प्लास्टर है कोई वो, हाँ, फिर बाद में आगे जैसे हम कंक्रीट में यूज़ करते हैं जी, या तो देखो अगर तो हमने 48 घंटे तक उसको उसी समय कर दिया तो ज्वाइंट क्रैक नहीं आएगा। अगर आपने उसमें 3 दिन 4 दिन 5 दिन बाद आपने ऊपर प्लास्टर कर दिया, उसके बाद फिर आपने काट के दोबारा प्लास्टर किया, तो उसके लिए निटो बॉन्ड तो है ही अपने पास, बॉन्ड ही हमने करवाना है, सेम प्रोसीजर वही है, सेम वैल्यू उसकी है। बिल्कुल। अच्छा, आपकी तरफ से मतलब हम एक्सटर्नल प्लास्टर कर रहे हैं। हाँ। अभी जैसे दिलास में क्या हो रहा था, सीपेज आ रही है, मतलब अंदर पानी आ रहा है, तो कोई अच्छा आइडिया हो जो मतलब हमारे, क्योंकि मैं भी करने जा रहा हूँ, मेरे बिल्कुल आइडिया प्लास्टर जैसे आपने कैसे, मैं समझा नहीं कि उसकी सीपेज कैसे, पेंट हुए के बाद सीपेज आ रही है, तो अगर आप जैसे 110 सीटी, देखो आउटर में मैं तो ये सुजेस्ट करूंगा कि आउटर में आप जो सिलिकॉन बेस आपका पेंट आता है, क्लियर कोड आता है, तो प्लास्टर में ही मैं प्लास्टर की ही बात कर रहा हूँ। हाँ, वाटर, मैं आप वही कह रहा हूँ कि आउटर में आप सिलिकॉन बेस एक पेंट आता है, वो एशियन का ले लो, किसी भी का ले लो, बहुत कंपनियां हैं जो बनाती हैं। आप पहले उसको अप्लाई करके प्लास्टर करोगे, ज़िंदगी में कभी बाहर से सीपेज आने के चांस नहीं है। वो वाटर प्रूफ मटेरियल होता है और सिलिकॉन बेस होता है। जैसे हमारी सिलिकॉन होती है वो लिक्विड सिलिकॉन होती है एक किस्म की, बेस जो है उसका सिलिकॉन होता है, वो क्लियर में आता है, बिल्कुल प्लेन में पानी जैसा। जैसे हम कर रहे हैं तो मोटार में भी अगर वाटरप्रूफिंग केमिकल ऐड करें तो उसका भी फायदा होगा या? उसका मैं नहीं मानता, उसका तो आपकी स्ट्रेंथ ही कम होती है। अगर आप देखा जाए तो प्लास्टर की अगर देखा जाए तो स्ट्रेंथ ही कम होएगी अगर उसमें वाटरप्रूफ केमिकल हम ऐड करेंगे। अगर ऐड करना ही है तो फिर उसमें काफ़ी कुछ जो हमारा बना बनाया प्लास्टर आता है, मोटार आता है, वो अच्छा है। थैंक यू सर। आप कुछ कहना चाहते हैं? प्लास्टर से पहले सर वाटरप्रूफ हो सकती है? बिल्कुल हो सकती है। अगर आउटर में आप आउटर की, इंटरनल की नहीं, जो आउटर की दीवारें हैं आपकी, आउटर में मैं तो कहता हूँ विदाउट वाटरप्रूफ, विदाउट आप केमिकल लगाए प्लास्टर करना ही नहीं चाहिए, जो आउटर की दीवार है। बिल्कुल जी, बिल्कुल। बिल्कुल इंटरनल भी देखा है, इंटरनल भी कर देते हैं, मतलब इंटरनल मैं तो आउटर की कह रहा हूँ, आउटर सही है। नहीं वैसे देखा है, इंटरनल में जरूरत नहीं पड़ती, इंटरनल में जरूरत नहीं पड़ती जी। और आउटर मतलब हाँ, आउटर जरूरी है। ठीक है। और कोई किसी का क्वेश्चन? सब बढ़िया।